ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਆਪਣਾ ਕਲਾਸ ਦਾ ਸਮਾਂ ਹੋ ਗਿਆ ਹੈ। ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਆਪਾਂ ਸਮੇਂ ਦਾ ਲਾਹਾ ਲਈਏ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਸਤਿਗੁਰਾਂ ਦੀ ਬਾਣੀ ਗੌੜੀ ਗੁਆਰੇਰੀ ਦੇ ਵਿੱਚ, ਮਹੱਲਾ ਪੰਜਵਾਂ। ਵਿਚਾਰ ਰਹੇ ਸੀ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ, ਜੋ ਅੰਤਰਜਾਮੀ ਹੈ, ਜੋ ਕਟ ਕਟ ਕੇ ਅੰਤਰ ਕੀ ਜਾਣਤ ਹੈ, ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ, ਜੋ ਮਾਲਕ ਦੇ ਭਗਤੀ ਦੇ ਵਿੱਚ ਜੀਵ ਜੁੜ ਜਾਂਦੇ ਨੇ, ਉਹ ਫਿਰ ਸਾਰਿਆਂ ਦਾ ਭਲਾ ਮੰਗਦੇ ਨੇ। ਇੱਕ ਆਪਣਾ ਹੀ ਭਲਾ ਨਹੀਂ ਮੰਗਦੇ, ਹਰ ਇੱਕ ਦਾ ਭਲਾ ਮੰਗਦੇ ਨੇ ਉਸ ਪ੍ਰਭੂ ਤੋਂ। ਤੇ ਉੱਥੇ ਆਪਾਂ ਵਿਚਾਰ ਰਹੇ ਸੀ ਕਿ ਹੇ ਪ੍ਰਭੂ ਕਿਰਪਾ ਕਰ, ਹੇ ਅੰਤਰਜਾਮੀ ਕਰ ਕਿਰਪਾ, ਪ੍ਰਭ ਅੰਤਰਜਾਮੀ ਸੁਖ ਨਿਦਾਨ ਹਰ ਅਲਖ ਸੁਆਮੀ। ਹੇ ਸੁੱਖਾਂ ਦੇ ਖਜ਼ਾਨੇ, ਹੇ ਅਲਖ, ਹੇ ਸੁਆਮੀ, ਹੇ ਮਾਲਕ, ਤੂੰ ਕਿਰਪਾ ਕਰ। ਜੀ ਜੰਤ ਤੇਰੀ ਸਰਨਾਈ, ਨਾਨਕ ਨਾਮ ਮਿਲੈ ਵਡਿਆਈ। ਤੇਰੀ ਸ਼ਰਨ ਦੇ ਵਿੱਚ ਜੀ ਜੰਤ ਜਿਹੜੇ ਆਉਂਦੇ ਨੇ, ਤੇਰੀ ਸ਼ਰਨ ਦੇ ਵਿੱਚ ਜੋ ਜੀਵ ਆਉਂਦਾ ਹੈ, ਉਸ ਨੂੰ ਤੇਰੇ ਨਾਮ ਦੀ ਵਡਿਆਈ ਪ੍ਰਾਪਤ ਹੋਵੇ। ਕਿਉਂਕਿ ਨਾਮ ਦਾ ਖਜ਼ਾਨਾ ਪਰਮੇਸ਼ਰ ਦੇ ਕੋਲ ਹੈ, ਪ੍ਰਭੂ ਦੇ ਕੋਲ ਹੈ, ਅਕਾਲ ਪੁਰਖ ਦੇ ਕੋਲ ਹੈ। ਕੋਈ ਇਨਸਾਨ ਨਹੀਂ ਦੇ ਸਕਦਾ। ਇਸ ਕਰਕੇ ਇੱਕ ਪਰਮੇਸ਼ਰ ਤੋਂ ਹੀ ਆਪਾਂ ਮੰਗਣਾ ਹੈ, ਤੇ ਇੱਕ ਉਸ ਤੋਂ ਆਪਾਂ ਉਸੇ ਨੂੰ ਮੰਗ ਲੈਣਾ ਸਭ ਤੋਂ ਵੱਡਾ ਹੈ। ਜਦੋਂ ਆਪਾਂ ਉਸੇ ਨੂੰ ਮੰਗ ਲਿਆ ਤੇ ਫਿਰ ਸਾਨੂੰ ਸਾਰਾ ਕੁਛ ਹੀ ਮਿਲ ਗਿਆ। ਤੇ ਮੰਗਣਾ ਵੀ ਉਸ ਪ੍ਰਭੂ ਤੋਂ ਹੀ ਹੈ। ਨਾਮ ਵੀ ਉੱਡੀ ਹੀ ਦਾਤ ਹੈ ਜਿੱਡਾ ਮਾਲਕ ਹੈ, ਕਿਉਂਕਿ ਜਿੱਡਾ ਵੱਡਾ ਆਪ ਹੈ, ਉੱਡੀ ਵੱਡੀ ਉਸ ਦੀ ਦਾਤ ਜੋ ਨਾਮ ਹੈ। ਜੇ ਵਡ ਆਪ ਤੇ ਵਡ ਤੇਰੀ ਦਾਤ। ਆਪਾਂ ਮਾਲਕ ਨੂੰ ਮੰਗ ਲਿਆ ਜਾਂ ਮਾਲਕ ਤੋਂ ਉਸ ਦੇ ਨਾਮ ਨੂੰ ਮੰਗ ਲਿਆ, ਤੇ ਇਹ ਆਪਣਾ ਅਸਲੀ ਮੰਗਣਾ ਹੈ। ਉਸ ਤੋਂ ਬਿਨਾਂ ਹੋਰ ਮੰਗਾਂਗੇ ਦੁੱਖ ਹੈ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਪਰ ਕਿਹਨਾਂ ਨੂੰ ਇਹ ਮਿਲਦਾ ਹੈ? ਜਿਹੜੇ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਮਨ ਕਰਕੇ। ਜਦੋਂ ਮਨ ਸ਼ਰਨ ਚਲੇ ਜਾਂਦਾ ਹੈ, ਕਿਉਂਕਿ ਮਨ ਤਨ 'ਚ ਵਸਦਾ ਹੈ, ਤਨ ਵੀ ਸ਼ਰਨ ਵਿੱਚ ਹੁੰਦਾ ਹੈ, ਮਨ ਵੀ ਸ਼ਰਨ ਵਿੱਚ ਚਲੇ ਜਾਂਦਾ ਹੈ। ਪਰ ਜੇ ਮਨ ਸ਼ਰਨ ਨਹੀਂ ਆਉਂਦਾ, ਤਨ ਵੀ ਪ੍ਰਭੂ ਦੀ ਸ਼ਰਨ ਦੇ ਵਿੱਚ ਨਹੀਂ ਜਾ ਸਕਦਾ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ ਪਰਸੋਂ। ਆਓ ਅੱਗੇ ਅਗਲਾ ਸ਼ਬਦ ਇਸੇ ਰਾਗ ਦਾ, ਗੌੜੀ ਗੁਆਰੇਰੀ ਰਾਗ ਦਾ, ਮਹੱਲੇ ਪੰਜਵੇਂ ਦਾ ਹੈ। ਆਓ ਪਹਿਲਾਂ ਰਹੋ ਪੰਕਤੀ ਨੂੰ ਵਿਚਾਰ ਲਈਏ। ਬਿਨ ਹਰ ਭਉ ਕਾਹੇ ਕਾ ਮਨ ਹੈ। ਕਹਿੰਦੇ ਕਿਸੇ ਹੋਰ ਦਾ ਡਰ ਨਹੀਂ ਮੰਨਣਾ ਆਪਾਂ ਨੇ। ਇੱਕ ਪਰਮੇਸ਼ਰ ਦਾ ਸਾਨੂੰ ਡਰ, ਸਾਨੂੰ ਭੈ ਹੋਵੇ, ਹੋਰ ਕਿਸੇ ਦਾ ਭੈ ਨਾ ਹੋਵੇ। ਉਸ ਤੋਂ ਵਿਚਰਨ ਦਾ ਡਰ ਹੋਵੇ ਕਿ
ਕਿਤੇ ਉਹ ਨਾ ਵਿਛੜ ਜਾਵੇ। ਹਰ ਬਿਸਰਤ ਕਾਹੇ ਸੁਖ ਜਾਣੇ। ਕਿਉਂਕਿ ਜੇ ਸਾਡਾ ਪਰਮੇਸ਼ਰ ਦੇ ਨਾਲੋਂ ਵਿਛੋੜਾ ਹੋ ਗਿਆ, ਫਿਰ ਸਾਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸੁਖ ਉਸ ਪ੍ਰਭੂ ਦੇ ਸ਼ਰਨ ਦੇ ਵਿੱਚ ਹੈ। ਉਸੇ ਦੀ ਸ਼ਰਨ ਵਿੱਚ ਹੀ ਸਾਰੇ ਡਰ ਖਤਮ ਹੁੰਦੇ ਨੇ। ਉਸੇ ਦੀ ਸ਼ਰਨ ਵਿੱਚ ਦੁੱਖ ਵਿਨਸਦੇ ਨੇ, ਸੁਖ ਪ੍ਰਾਪਤ ਹੁੰਦੇ ਨੇ। ਜਿਸ ਬਾਰੇ ਸਤਿਗੁਰੂ ਸਮਝਾਉਂਦੇ ਨੇ ਪੰਚਮ ਪਾਤਸ਼ਾਹ ਜੀ ਕਿ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵੀ ਉੱਥੇ ਦੁੱਖ ਵਿਨਸਦੇ ਨੇ, ਸੁਖ ਪ੍ਰਾਪਤ ਹੁੰਦਾ ਪ੍ਰਭੂ ਦੀ ਸ਼ਰਨ ਦੇ ਵਿੱਚ। ਉੱਥੇ ਹੀ ਸਾਡੇ ਡਰ ਖਤਮ ਹੁੰਦੇ ਨੇ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਭੈ ਕਿਸ ਦਾ ਹੋਵੇ? ਪ੍ਰਭੂ ਦਾ। ਹੋਰ ਦਾ ਭੈ ਨਾ ਹੋਵੇ, ਕਿਉਂਕਿ ਪ੍ਰਭੂ ਦੇ ਭੈ ਦੇ ਵਿੱਚ ਹੋਵਾਂਗੇ ਤੇ ਪ੍ਰਭੂ ਦੇ ਨਾਲੋਂ ਸਾਡਾ ਕਦੇ ਵਿਛੋੜਾ ਨਹੀਂ ਹੈ। ਪਰ ਭੈ ਦੇ ਵਿੱਚ ਰਹਿਣਾ, ਭੈ ਦੇ ਵਿੱਚ ਰਹਿਣਾ ਕੀ ਹੈ ਕਿ ਜੋ ਵੀ ਸਾਨੂੰ ਉਸ ਮਾਲਕ ਦਾ ਹੁਕਮ ਹੈ ਉਵੇਂ ਹੀ ਅਸੀਂ ਚੱਲਣਾ ਹੈ, ਗਲਤ ਨਹੀਂ ਕਰਨਾ। ਫਿਰ ਸਾਨੂੰ ਭੈ ਹੈ। ਇਹ ਨਹੀਂ ਵੀ ਅਸੀਂ ਇਹ ਵੀ ਕਹੀ ਜਾਏ ਵੀ ਸਾਨੂੰ ਉਸ ਪ੍ਰਭੂ ਦਾ ਭੈ ਹੈ ਤੇ ਅਸੀਂ ਸੰਸਾਰ ਦੇ ਵਿੱਚ ਕਰੀ ਵੀ ਗਲਤ ਜਾਈਏ, ਕਰੀਏ ਵੀ ਉਹ ਜਿਸ ਤੋਂ ਸਾਨੂੰ ਮਨਾ ਕਰਦਾ ਹੈ ਤੇ ਜੋ ਸਾਨੂੰ ਕਹਿੰਦਾ ਹੈ ਉਹ ਨਾ ਕਰੀਏ, ਤੇ ਕਹੀ ਵੀ ਜਾਈਏ ਕਿ ਅਸੀਂ ਪ੍ਰਭੂ ਦੇ ਭੈ ਵਿੱਚ ਹੈ। ਇੱਦਾਂ ਨਹੀਂ ਹੈ, ਕਿਉਂਕਿ ਪ੍ਰਭੂ ਦੀ ਭੈ ਵਿੱਚ ਕਦੋਂ ਹੈ? ਜਦੋਂ ਅਸੀਂ ਉਸਨੂੰ ਹਾਜ਼ਰ ਨਾਜ਼ਰ ਦੇਖਦੇ ਹਾਂ। ਫਿਰ ਸਾਨੂੰ ਪਤਾ ਚੱਲਦਾ ਹੈ ਕਿ ਉਸ ਦੇ ਵਿਛੜੇ ਤੇ ਸਾਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਇਸੇ ਕਰਕੇ ਉਸ ਦੀ ਭੈ ਸਾਡੇ ਅੰਦਰ ਰਹਿੰਦੀ ਹੈ। ਹੋਰ ਸਾਰੇ ਭੈ ਖਤਮ ਹੋ ਜਾਂਦੇ ਪ੍ਰਭੂ ਦੀ ਭੈ ਦੇ ਵਿੱਚ, ਕਿਉਂਕਿ ਪ੍ਰਭੂ ਸਮਰੱਥ ਹੈ। ਆਓ ਸ਼ੁਰੂ ਕਰਦੇ ਹਾਂ ਸ਼ਬਦ ਨੂੰ। ਜੀ ਜੁਗਤ ਜਾ ਕੇ ਹੈ ਹੱਥ। ਸਾਡੇ ਮਨ ਦੀ ਜੁਗਤੀ, ਸਾਡੇ ਮਨ ਨੂੰ ਮੁਕਤੀ ਦਾ ਜੋ ਜੁਗਤ ਹੈ ਉਸ ਪ੍ਰਭੂ ਦੇ ਹੱਥ ਦੇ ਵਿੱਚ ਹੈ। ਕਿਉਂਕਿ ਜਦ ਤੱਕ ਸਾਨੂੰ ਆਪ ਇਹ ਜੁਗਤੀ ਨਹੀਂ ਦਿੰਦਾ, ਗੁਰ ਨਹੀਂ ਦਿੰਦਾ, ਉਦੋਂ ਤੱਕ ਸਾਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਹ ਉਸੇ ਦੇ ਹੱਥ ਵਿੱਚ ਹੈ। ਸੋ ਸਿਮਰੋ ਅਨਾਥ ਕੋ ਨਾਥ। ਫਿਰ ਅਸੀਂ ਉਸੇ ਨੂੰ ਸਿਮਰੀਏ, ਕਿਉਂਕਿ ਉਹੀ ਸਾਡਾ ਅਨਾਥਾਂ ਦਾ ਨਾਥ ਹੈ। ਉਹ ਸਾਡਾ, ਅਸੀਂ ਉਸਦੇ ਬੱਚੇ ਹਾਂ। ਉਹ ਸਾਡਾ ਪਿਤਾ ਹੈ, ਉਹ ਸਾਡਾ ਮਾਲਕ ਹੈ। ਉਹ ਸਾਨੂੰ ਜੁਗਤ ਦੇ ਦੁਆਰਾ ਮੁਕਤ ਕਰ ਸਕਦਾ ਹੈ। ਉਹ ਸਮਰੱਥ ਹੈ। ਪ੍ਰਭ ਚਿੱਤ ਆਏ ਸਭ ਦੁੱਖ ਜਾਏ। ਤੇ ਜੇ ਪ੍ਰਭੂ ਚਿੱਤ ਵਿੱਚ ਵਸ ਗਿਆ ਤੇ ਮਹਾਰਾਜ ਸਮਝਾਉਂਦੇ ਨੇ ਕਿ ਸਾਰੇ ਦੁੱਖ ਚਲੇ ਜਾਂਦੇ ਨੇ। ਭੈ ਸਭ ਬਿਨਸ ਹੈ ਹਰ ਕੈ ਨਾਏ। ਸਾਰੇ ਡਰ ਖਤਮ ਹੋ ਜਾਂਦੇ ਉਸ ਪ੍ਰਭੂ ਦੇ ਨਾਮ ਦੇ ਵਿੱਚ। ਪਰ ਉਸ ਪ੍ਰਭੂ ਦੇ ਨਾਮ ਨੂੰ ਅਸੀਂ ਕਦੋਂ ਪ੍ਰਾਪਤ ਕਰਦੇ? ਜਦੋਂ ਸਾਨੂੰ ਉਸ ਪ੍ਰਭੂ ਦਾ ਭੈ ਹੈ, ਉਸ ਦੀ ਸ਼ਰਨ ਦੇ ਵਿੱਚ ਰਹਿੰਦੇ ਹਾਂ। ਜਿਵੇਂ ਮਾਂ ਬਾਪ ਦਾ ਭੈ ਹੈ ਬੱਚੇ ਨੂੰ, ਜਿੰਨੀ ਦੇਰ ਉਸ ਮਾਂ ਬਾਪ ਦੇ ਨਿਗਾਹ ਦੇ ਵਿੱਚ ਹੈ, ਡਰਦਾ ਹੈ ਕਿ ਕੋਈ ਗਲਤੀ ਨਾ ਹੋਵੇ। ਇੱਦਾਂ ਹੀ ਜਦੋਂ ਸਾਨੂੰ ਪ੍ਰਭੂ ਦਾ ਭੈ ਹੋ ਜਾਂਦਾ, ਕਿਉਂਕਿ ਪ੍ਰਭੂ ਸਰਬ ਵਿਆਪਕ ਹੈ, ਹਰ ਥਾਂ 'ਤੇ ਹੈ, ਹਰ ਸਮੇਂ ਅਸੀਂ ਉਸਦੇ ਭੈ ਦੇ ਵਿੱਚ ਰਹਿੰਦੇ ਹਾਂ। ਐਸਾ ਪ੍ਰਭੂ ਦੇ ਆਪਾਂ ਸ਼ਰਨ 'ਚ ਰਹਿਣਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜਿਨ ਤਾਰੇ ਬਹੁ ਤਰਨ ਆਗਾਸ। ਜਿਹਨੇ ਕਰੋੜਾਂ ਬ੍ਰਹਿਮੰਡ ਪੈਦਾ ਕੀਤੇ, ਆਕਾਸ਼ ਪੈਦਾ ਕੀਤੇ ਨੇ ਹਰ ਥਾਂ ਦੇ। ਜਿਵੇਂ ਧਰਤੀ ਹੈ, ਧਰਤੀ ਦੇ ਉੱਪਰ ਵੀ ਆਕਾਸ਼ ਹੈ, ਇਸ ਦੇ ਵਿੱਚ ਫਿਰ ਕਿੰਨੇ ਬ੍ਰਹਿਮੰਡ ਨੇ ਆਕਾਸ਼ ਦੇ ਵਿੱਚ। ਇਹ ਸਾਰਾ ਕੁਛ ਕਿਸ ਦਾ ਸਾਜਿਆ ਹੈ? ਉਸ ਪ੍ਰਭੂ ਦਾ। ਜਾ ਕੀ ਜੋਤ ਜੀ ਪ੍ਰਗਾਸ। ਫਿਰ ਸਾਰਿਆਂ ਦੇ ਅੰਦਰ ਉਸ ਪ੍ਰਭੂ ਦੀ ਜੋਤ ਹੈ, ਜੋ ਪ੍ਰਕਾਸ਼ ਹੈ। ਸਾਰਿਆਂ ਦੇ ਅੰਦਰ ਜੋਤ ਹੈ, ਜਿਸ ਨੂੰ
ਆਪਾਂ ਪਹਿਚਾਣ ਕੇ, ਆਪੇ ਦੀ ਪਹਿਚਾਣ ਕਰਕੇ ਪ੍ਰਭੂ ਦੀ ਪਹਿਚਾਣ ਕਰ ਸਕਦੇ ਹਾਂ। ਜਾ ਕੇ ਬਖਸ਼ਣਾ ਮੇਟੈ ਕੋਏ, ਫਿਰ ਉਸ ਪ੍ਰਭੂ ਦੀ ਬਖਸ਼ਿਸ਼ ਨੂੰ ਕੋਈ ਵੀ ਮੇਟ ਨਹੀਂ ਸਕਦਾ। ਜਿਸ ਨੂੰ ਉਹ ਆਪਣਾ ਬਣਾ ਲਵੇ, ਜਿਸ ਨੂੰ ਉਹ ਆਪਣੀ ਸ਼ਰਨ ਵਿੱਚ ਲੈ ਜਾਵੇ, ਜਿਸ ਨੂੰ ਉਹ ਦਾਤ ਬਖਸ਼ ਦੇਵੇ, ਨਾਮ ਦੀ ਖਜ਼ਾਨਾ ਬਖਸ਼ ਦੇਵੇ ਗੁਰੂ ਦਾ, ਉਸ ਦੀ ਦਾਤ ਨੂੰ ਕੋਈ ਵੀ ਮਿਟਾ ਨਹੀਂ ਸਕਦਾ, ਮੇਟ ਨਹੀਂ ਸਕਦਾ। ਸਿਮਰ ਸਿਮਰ ਪ੍ਰਭ ਨਿਰਭਉ ਹੋਏ, ਐਸੇ ਪ੍ਰਭੂ ਦਾ ਸਿਮਰਨ ਕਰਕੇ ਆਪਾਂ ਵੀ ਨਿਰਭਉ ਹੋ ਸਕਦੇ ਹਾਂ। ਉਸ ਨੂੰ ਧਿਆ ਕੇ, ਸਿਮਰਨ ਕੀ ਹੈ ਕਿ ਉਸ ਨੂੰ ਧਿਆਉਣਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟਾਏ, ਪ੍ਰਭ ਕਿਰਪਾ ਤੇ ਜਮ ਤੇ ਛੁਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਆਠ ਪਹਿਰ ਸਿਮਰੋ ਪ੍ਰਭ ਨਾਮ, ਤੇ ਉਸ ਪ੍ਰਭੂ ਦਾ ਨਾਮ ਮਹਾਰਾਜ ਸਮਝਾਉਂਦੇ, ਆਠੇ ਪਹਿਰ ਸਿਮਰੋ, ਧਿਆਓ। ਕਿਉਂਕਿ 8 ਪਹਿਰ ਆਪਾਂ ਕਿਵੇਂ ਸਿਮਰਦੇ ਹਾਂ। 4 ਪਹਿਰ ਸਾਡੇ ਦਿਨ ਦੇ ਨੇ ਤੇ 4 ਪਹਿਰ ਸਾਡੇ ਰਾਤ ਦੇ ਨੇ। 4 ਪਹਿਰ ਦਿਨ ਦੇ ਵਿੱਚ ਵੀ ਉਹ ਸਾਡੇ ਸਾਹਮਣੇ ਹੀ ਰਹਿੰਦਾ ਹੈ, ਹਾਜ਼ਰ ਰਹਿੰਦਾ ਹੈ। ਤੇ ਰਾਤ ਤੇ ਵੀ ਆਪਾਂ 4 ਪਹਿਰਾਂ ਦੇ ਵਿੱਚੋਂ, ਕਿਉਂਕਿ 3 ਘੰਟੇ ਦਾ 1 ਪਹਿਰਾ ਹੈ, ਆਪਾਂ ਆਮ ਜੀਵ ਤਕਰੀਬਨ 6-7 ਘੰਟੇ ਆਰਾਮ ਕਰਦੇ ਹਾਂ, ਸੌਂਦੇ ਹਾਂ। ਹੱਦ 8 ਘੰਟੇ ਸੌ ਲੈਂਦੇ ਹਾਂ, 16 ਘੰਟੇ ਆਪਾਂ ਜਾਗਦੇ ਹਾਂ। ਉਸ ਸਮੇਂ ਵੀ ਆਪਾਂ ਉਸ ਨੂੰ ਸਾਹਮਣੇ ਦੇਖਣਾ ਹੈ। ਤੇ ਜਦੋਂ ਇਸ ਸੰਸਾਰ, ਇਸ ਸਰੀਰ ਨੂੰ ਆਪਾਂ ਛੱਡ ਜਾਂਦੇ ਹਾਂ, ਰਾਤ ਨੂੰ ਸੌਂ ਜਾਂਦੇ ਹਾਂ, ਤੇ ਫਿਰ ਉਸ ਦੇ ਵਿੱਚ ਹੀ ਬਸਦੇ ਹਾਂ। ਪਰ ਜਦੋਂ ਸੰਸਾਰ 'ਚ ਆਉਂਦੇ ਹਾਂ, ਪਾਉਣ 'ਚ ਮਨ ਮਿਲਦਾ ਹੈ, ਫਿਰ ਸਭ ਤੋਂ ਪਹਿਲਾਂ ਆਪਾਂ ਉਸ ਨੂੰ ਦੇਖਣਾ ਹੁੰਦਾ ਹੈ, ਉਸ ਨੂੰ ਮਨ ਵਿੱਚ ਮਨ ਨਿਰਮਲ ਕਰ ਲੈਣਾ ਹੁੰਦਾ ਹੈ, ਉਸ ਨੂੰ ਹਰ ਸਮੇਂ ਨੇੜੇ ਜਾਣਨਾ ਹੁੰਦਾ ਹੈ। ਇਹ ਸਾਡੇ ਮਨ ਦਾ ਜਿਹੜਾ ਹੈ ਕਾਰਜ ਹੈ, ਜਾਂ ਆਪਾਂ ਕਹਿ ਲਈਏ ਕਿ ਸਾਡੇ ਮਨ ਨੇ ਜਿਹੜਾ ਕੀਰਤਨ ਕਰਨਾ ਹੈ, ਐਸਾ ਇਹ ਕੀਰਤਨ ਹੈ ਕਿ 8 ਪਹਿਰ ਆਪਾਂ ਉਸ ਨੂੰ ਨੇੜੇ ਜਾਣਨਾ ਹੈ। ਐਸਾ ਕੀਰਤਨ ਕਰ ਮਨ ਮੇਰੇ, 8 ਪਹਿਰ ਪ੍ਰਭ ਜਾਣੋ ਨੇੜੇ। ਅਨੇਕ ਤੀਰਥ ਮਜਨ ਇਸ਼ਨਾਨ, ਉਸ ਪ੍ਰਭੂ ਦੇ ਸਿਮਰਨ ਦੇ ਨਾਲ ਸਾਨੂੰ ਅਨੇਕਾਂ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਕਿਉਂਕਿ 68 ਤੀਰਥਾਂ ਦਾ ਜਿਹੜਾ ਮੇਨ ਤੀਰਥ ਹੈ ਉਹ ਨਾਮ ਹੈ। ਨਾਮ ਨੂੰ ਧਿਆਉਣ ਦੇ ਨਾਲ 68 ਤੀਰਥ ਨਾਮ ਦਾ ਭੇਤ ਦਿੰਦੇ ਨੇ। ਤੇ ਜਦੋਂ ਸਾਨੂੰ ਨਾਮ ਦੀ ਸੋਝੀ ਆ ਜਾਂਦੀ ਹੈ, ਨਾਮ ਮਨ ਵਿੱਚ ਵਸ ਜਾਂਦਾ ਹੈ, ਮਨ ਨਾਮ ਵਿੱਚ ਸਮਾ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਫਿਰ ਅਨੇਕਾਂ ਤੀਰਥਾਂ ਦਾ ਇਸ਼ਨਾਨ ਮਨ ਨੂੰ ਹੋ ਜਾਂਦਾ ਹੈ। ਤੀਰਥ ਨਾਵਨ ਜਾਓ ਤੀਰਥ ਨਾਮ ਹੈ, ਕਿਉਂਕਿ ਨਾਮ ਹੀ ਤੀਰਥ ਹੈ। ਪਾਰ ਬ੍ਰਹਮ ਕੀ ਸਰਨੀ ਪਾਹੇ, ਉਸ ਪਾਰ ਬ੍ਰਹਮ ਦੀ ਸ਼ਰਨ ਜਦੋਂ ਪ੍ਰਾਪਤ ਹੋ ਜਾਂਦੀ ਹੈ, ਕੋਟ ਕਲੰਕ ਖਿਨ ਮਹਿ ਮਿਟ ਜਾਹੇ। ਜਦੋਂ ਉਸ ਪ੍ਰਭੂ ਦੀ ਸ਼ਰਨ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਉਸ ਪ੍ਰਭੂ ਦੀ ਸ਼ਰਨ ਵਿੱਚ ਜਾਂਦਿਆਂ ਹੀ ਕਰੋੜਾਂ ਕਲੰਕ ਸਾਡੇ ਇੱਕ ਖਿਣ 'ਚ ਮਿਟ ਜਾਂਦੇ ਨੇ। ਮਨ ਇੱਕ ਖਿਣ ਦੇ ਵਿੱਚ ਨਿਰਮਲ ਹੋ ਜਾਂਦਾ ਹੈ, ਪਾਪਾਂ ਤੋਂ ਰਹਿਤ ਹੋ ਜਾਂਦਾ ਹੈ। ਪਰ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਪਾਰ ਬ੍ਰਹਮ ਦੀ ਸ਼ਰਨ ਦੇ ਵਿੱਚ ਮਨ ਜਾਂਦਾ ਹੈ। ਕਿੱਥੋਂ ਸ਼ਰਨ ਸ਼ੁਰੂ ਹੁੰਦੀ ਹੈ? ਜਿੱਥੋਂ ਸਾਨੂੰ
ਸਵਸ ਦੇ ਕੇ ਪਾਲਦਾ ਹੈ। ਜਿੱਥੇ ਨੌ ਦਰ ਦੇ ਇਸ ਸਰੀਰ ਨੂੰ ਪਾਉਣ ਦੇ ਕੇ ਪਾਲ ਰਿਹਾ ਹੈ, ਤਿਸ ਦੇ ਅੰਦਰ ਜੋਤ ਹੈ, ਜੋਤ ਆ ਰਹੀ ਹੈ ਪ੍ਰਭੂ ਦੀ। ਉੱਥੋਂ ਹੀ ਪ੍ਰਭੂ ਦੀ ਸ਼ਰਨ ਸ਼ੁਰੂ ਹੁੰਦੀ ਹੈ। ਬੇਮੁਹਤਾਜ ਪੂਰਾ ਪਾਤਸ਼ਾਹ, ਉਹ ਪਰਮੇਸ਼ਰ ਹੈ ਇੱਕ ਤਾਂ ਬੇਮੁਹਤਾਜ ਹੈ ਤੇ ਪੂਰਾ ਪਾਤਸ਼ਾਹ ਹੈ। ਤੇ ਜਿਹੜੇ ਉਸ ਨੂੰ ਸਿਮਰਦੇ ਨੇ ਉਹ ਵੀ ਬੇਮੁਹਤਾਜ ਹੁੰਦੇ ਨੇ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਪ੍ਰਭੂ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭੂ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭੂ ਕੋ ਸਿਮਰੈ ਸੇ ਸੁਖਵਾਸੀ, ਪ੍ਰਭੂ ਕੋ ਸਿਮਰੈ ਸਦਾ ਅਵਿਨਾਸੀ, ਪ੍ਰਭੂ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭੂ ਦੇ ਸਿਮਰਨ ਦੇ ਨਾਲ ਆਪਾਂ ਪ੍ਰਵਾਨ ਵੀ ਹੁੰਦੇ, ਆਪਾਂ ਬੇਮੁਹਤਾਜ ਵੀ ਹੋ ਜਾਂਦੇ ਹਾਂ। ਕਿਉਂਕਿ ਕਿਸ ਦੀ ਮੁਹਤਾਜੀ ਕਰਦੇ ਅਸੀਂ? ਉਸ ਪ੍ਰਭੂ ਦੀ। ਤੇ ਉਹ ਸੱਚਾ ਪਾਤਸ਼ਾਹ ਹੈ, ਸੱਚਾ ਸਾਹ ਹੈ, ਉਹ ਬੇਮੁਹਤਾਜ ਹੈ। ਉਸ ਦੇ ਨਾਲ ਜੁੜ ਕੇ ਸਾਡਾ ਮਨ ਵੀ ਬੇਮੁਹਤਾਜ ਹੋ ਜਾਂਦਾ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਪਰਮੇਸ਼ਰ ਬੇਮੁਹਤਾਜ ਹੈ, ਪੂਰਾ ਪਾਤਸ਼ਾਹ ਹੈ। ਤੇ ਉਹਦੇ ਸੇਵਕ ਜਿਹਨਾਂ ਨੂੰ ਉਸ ਪ੍ਰਭੂ ਦਾ ਭਰੋਸਾ ਹੈ, ਉਸ ਪ੍ਰਭੂ ਤੇ ਵਿਸ਼ਵਾਸ ਕਰਦੇ ਨੇ ਪੂਰਾ, ਵਿਸਵੇ। ਵਿਸਵੇ ਦਾ ਮਤਲਬ ਹੈ ਕਿ 100%, ਜਿਸਨੂੰ ਆਪਾਂ ਕਹਿ ਦਈਏ 100% ਕਹਿ ਦਈਏ। ਐਸੇ ਜੀਵਾਂ ਨੂੰ, ਜਿਹੜੇ ਉਸ ਪ੍ਰਭੂ ਦੇ ਜਨ ਨੇ, ਉਹਨਾਂ ਨੂੰ ਪੂਰਨ ਭਰੋਸਾ ਉਸ ਪ੍ਰਭੂ ਤੇ ਹੁੰਦਾ ਹੈ। ਗੁਰ ਪੂਰਾ ਰਾਖੇ ਦੇ ਹੱਥ, ਐਸੇ ਜੀਵਾਂ ਨੂੰ ਫਿਰ ਆਪ ਪਰਮੇਸ਼ਰ ਪੂਰਾ ਗੁਰ ਹੱਥ ਦੇ ਕੇ ਰੱਖਦਾ ਹੈ, ਜਿਨ੍ਹਾਂ ਨੂੰ ਉਸ ਤੇ ਪੂਰਾ ਭਰੋਸਾ ਹੈ, ਪੂਰਾ ਵਿਸ਼ਵਾਸ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੇਤ। ਨਾਨਕ ਪਾਰ ਬ੍ਰਹਮ ਸਮਰੱਥ, ਮਹਾਰਾਜ ਸਮਝਾਉਂਦੇ ਨੇ ਕਿ ਉਹ ਪਾਰ ਬ੍ਰਹਮ ਸਮਰੱਥ ਹੈ। ਉਹ ਆਪ ਹੱਥ ਦੇ ਕੇ ਰੱਖਦਾ ਹੈ, ਪਰ ਉਹ ਬੇਮੁਹਤਾਜ ਹੈ, ਉਹ ਪੂਰਾ ਪਾਤਸ਼ਾਹ ਹੈ। ਅਸੀਂ ਉਸ ਦੀ ਸ਼ਰਨ ਵਿੱਚ ਜਾਂਦੇ ਨੇ ਉਹਦੇ ਜਨਾਂ ਦੁਆਰਾ, ਜਿਨ੍ਹਾਂ ਨੂੰ ਉਸ 'ਤੇ ਭਰੋਸਾ ਹੈ, ਜਿਹੜੇ ਉਸ ਦੇ ਹੁਕਮ ਦੇ ਵਿੱਚ ਚੱਲਦੇ ਨੇ। ਅਤੇ ਜਿਹੜੇ ਜੀਵ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਨੇ ਅਤੇ ਉਸ 'ਤੇ ਭਰੋਸਾ ਕਰਦੇ ਨੇ, ਅਤੇ ਉਹਨਾਂ ਨੂੰ ਆਪ ਹੱਥ ਦੇ ਕੇ ਰੱਖਦਾ ਹੈ। ਕਿਉਂਕਿ ਉਹ ਸਮਰੱਥ ਹੈ, ਉਹ ਹੀ ਸਮਰੱਥ ਹੈ, ਦੂਜਾ ਨਹੀਂ। ਸੰਸਾਰ ਦੇ ਵਿੱਚ ਕੋਈ ਵੀ ਜੋ ਸਰਬ ਕਲਾ ਸਮਰੱਥ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਜੋ ਹਰ ਥਾਂ ਸਾਡਾ ਰਖਵਾਲਾ ਹੈ। ਬਹੁਤ ਐਸੇ ਥਾਂ ਜਿੱਥੇ ਸਾਡਾ ਕੋਈ ਵੀ ਰਖਵਾਲਾ ਨਹੀਂ, ਉੱਥੇ ਫਿਰ ਆਪ ਰਖਵਾਲਾ ਹੈ ਸਾਡਾ। ਜਿੱਥੇ ਕਿਸੇ ਨੇ ਸਾਡਾ ਸਾਥ ਦੇਣਾ, ਕਿਸੇ ਨੇ ਸਾਡੇ ਨਾਲ ਨਹੀਂ ਚੱਲਣਾ, ਜਿੱਥੇ ਪਹਿਲਾਂ ਵੀ ਸਾਨੂੰ ਮਾਤਾ ਦੇ ਗਰਭ ਦੇ ਵਿੱਚ ਵੀ ਜਿੱਥੇ ਕੋਈ ਨਹੀਂ ਸੀ, ਉੱਥੇ ਆਪ ਪਾਲਣਹਾਰ ਹੈ, ਉੱਥੇ ਵੀ ਸਮਰੱਥ ਹੈ। ਅੰਤ ਸਮੇਂ ਜਦੋਂ ਫਿਰ ਸਾਡਾ ਸਭ ਨੇ ਸਾਥ ਛੱਡ ਦੇਣਾ ਹੈ ਇੱਕ ਦਿਨ, ਉਸ ਸਮੇਂ ਵੀ ਉਹੀ ਫਿਰ ਸਮਰੱਥ ਹੈ, ਜਿਹੜਾ ਸਾਡੀ ਰਾਖੀ ਕਰਦਾ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਆਦ ਅੰਤ ਪ੍ਰਭ ਰਾਖਣਹਾਰ। ਆਦ ਵਿੱਚ ਵੀ ਅਤੇ ਅੰਤ ਸਮੇਂ ਫਿਰ ਸਾਡੀ ਰਖਵਾਲੀ ਕਰਦਾ ਹੈ, ਅਤੇ ਲੋਕ ਦੇ ਵਿੱਚ ਵੀ, ਮੱਧ ਵਿੱਚ ਵੀ ਕਰਦਾ ਹੈ। ਅਗਲਾ ਸ਼ਬਦ ਗੌੜੀ ਗੁਰੇਰੀ ਰਾਗ ਦਾ ਮਹੱਲੇ ਪੰਜਵੇਂ ਦਾ ਸ਼ਬਦ ਹੈ। ਇਹ ਵੀ ਵਿਚਾਰਦੇ ਹਾਂ। ਪਹਿਲਾਂ ਰਹੋ ਪੰਕਤੀਆਂ ਵਿਚਾਰਦੇ ਹਾਂ। ਪ੍ਰਭ ਸਿਮਰਤ ਕੁਸ਼ਲ ਸਭ ਪਾਏ, ਘਰ ਬਾਹਰ ਸੁਖ ਸਹਿਜ ਸਬਾਏ।
ਵੀ ਪ੍ਰਭੂ ਦੇ ਸਿਮਰਨ ਦੇ ਨਾਲ ਸਾਰਾ ਕੁਝ ਹੀ ਚੰਗਾ ਹੋ ਜਾਂਦਾ ਹੈ, ਸਾਰਾ ਕੁਝ ਹੀ ਕੁਸ਼ਲ ਹੋ ਜਾਂਦਾ ਹੈ। ਚਾਹੇ ਘਰ 'ਚ ਹਾਂ, ਚਾਹੇ ਬਾਹਰ, ਹਰ ਥਾਂ ਹੀ ਸਾਡਾ ਮਨ ਸੁਖ ਪ੍ਰਾਪਤ ਕਰਦਾ ਹੈ। ਘਰ ਬਾਹਰ ਸੁਖ ਸਹਿਜ ਸਵਾਏ, ਕਿਉਂਕਿ ਸਹਿਜ ਪ੍ਰਗਟ ਹੋ ਜਾਂਦਾ ਹੈ, ਮਾਲਕ ਪ੍ਰਗਟ ਹੋ ਜਾਂਦਾ ਹੈ, ਉਸ ਨੂੰ ਮਿਲਿਆ ਸੁਖ ਪ੍ਰਾਪਤ ਹੁੰਦਾ ਹੈ ਤੇ ਸਾਡੇ ਮਨ ਦੇ ਵਾਸਤੇ ਸਾਰਾ ਕੁਛ ਹੀ ਕੁਸ਼ਲ ਮੰਗਲ ਹੋ ਜਾਂਦਾ ਹੈ। ਮਨ ਆਨੰਦ ਦੇ ਵਿੱਚ ਆ ਜਾਂਦਾ ਹੈ। ਇੱਥੇ ਵੀ ਸਾਨੂੰ ਸਮਝਾਉਂਦੇ ਨੇ ਕਿ ਇਸ ਤਰੀਕੇ ਦੇ ਨਾਲ ਕਿ ਪ੍ਰਭੂ ਦੇ ਸਿਮਰਨ ਦੇ ਨਾਲ ਕੁਸ਼ਲ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ ਤੇ ਘਰ ਵੀ ਬਾਹਰ ਵੀ ਹਰ ਥਾਂ ਤੇ ਪ੍ਰਗਟ ਹੋ ਗਿਆ, ਸਾਰੇ ਪਾਸੇ ਸਾਰੇ ਸੁੱਖ ਪ੍ਰਾਪਤ ਹੋ ਗਏ। ਹੋਇਆ ਕਿਵੇਂ? ਆਓ ਹੁਣ ਆਪਾਂ ਵਿਚਾਰਦੇ ਹਾਂ ਵੀ ਪ੍ਰਭੂ ਦਾ ਸਿਮਰਨ ਹੈ ਕੀ, ਕਿਵੇਂ ਸਿਮਰਨ ਸ਼ੁਰੂ ਹੁੰਦਾ ਹੈ ਪ੍ਰਭੂ ਦਾ। ਗੁਰ ਪ੍ਰਸਾਦ ਨਾਮ ਮਨ ਲਾਗਾ, ਗੁਰ ਦੀ ਕਿਰਪਾ ਦੇ ਨਾਲ ਮਨ ਨਾਮ ਦੇ ਨਾਲ ਜੁੜਦਾ ਹੈ। ਜਨਮ ਜਨਮ ਕਾ ਸੋਇਆ ਜਾਗਾ, ਗੁਰ ਦਾ ਗਿਆਨ ਲੈ ਕੇ ਗੁਰ ਦੀ ਕਿਰਪਾ ਦੇ ਨਾਲ ਜਦੋਂ ਮਨ ਨਾਮ ਪ੍ਰਗਟ ਹੋ ਜਾਂਦਾ ਹੈ, ਨਾਮ ਨਾਲ ਜੁੜਦਾ ਹੈ। ਜਿਹੜਾ ਮਨ ਸੁੱਤਾ ਸੀ ਤ੍ਰੈ ਗੁਣਾਂ ਦੇ ਵਿੱਚ, ਹਰ ਜਨਮ ਦੇ ਵਿੱਚ ਮਨ ਸੌਂ ਜਾਂਦਾ ਹੈ ਤੇ ਆਓ ਉਹ ਫਿਰ ਗੁਰ ਦਾ ਗਿਆਨ ਲੈ ਕੇ ਉਹ ਮਨ ਫਿਰ ਨਾਮ ਨਾਲ ਜੁੜਿਆ ਤੇ ਜਾਗ ਪਿਆ, ਉਹ ਮਨ ਫਿਰ ਜਾਗਦਾ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰ ਦੀ ਕਿਰਪਾ ਨਾਲ ਉਹ ਜਾਗਦੇ ਨੇ ਜਿਨ੍ਹਾਂ ਦੇ ਮਨ ਵਿੱਚ ਹਰੀ ਵਸ ਜਾਂਦਾ ਹੈ, ਨਾਮ ਵਸ ਜਾਂਦਾ ਹੈ, ਤੇ ਦੂਜੇ ਸਾਰੇ ਸੁੱਤੇ ਨੇ। ਤੇਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਦੂਜੇ ਸੁੱਤੇ ਨੇ, ਸੁੱਤਿਆਂ ਦੀ ਜੀਵਨ ਰੂਪੀ ਰਾਤ ਬੀਤ ਜਾਂਦੀ ਹੈ, ਲੇਕਿਨ ਗੁਰ ਦੀ ਕਿਰਪਾ ਦੇ ਨਾਲ ਉਹ ਫਿਰ ਮਨ ਜਾਗ ਪੈਂਦੇ ਨੇ, ਜਿਨ੍ਹਾਂ ਦੇ ਮਨ ਵਿੱਚ ਆ ਕੇ ਹਰੀ ਵਸਦਾ ਹੈ ਤੇ ਫਿਰ ਉਹ ਸਾਨੂੰ ਉਸ ਪ੍ਰਭੂ ਦੇ ਮਿਲਣ ਦਾ ਗਿਆਨ ਦਿੰਦੇ ਨੇ, ਅੰਮ੍ਰਿਤ ਬਾਣੀ ਬੋਲਦੇ ਨੇ। ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ, ਫਿਰ ਮਨ ਉਸ ਪ੍ਰਭੂ ਦੇ ਗੁਣ ਉਚਰਦਾ ਹੈ, ਜਿਹਨੂੰ ਅੰਮ੍ਰਿਤ ਸ਼ਬਦ ਵੀ ਕਹਿ ਦਿੱਤਾ ਹੈ। ਉਹ ਪ੍ਰਭੂ ਦੀ ਬਾਣੀ ਦਾ ਗਿਆਨ ਦਿੰਦਾ ਹੈ। ਆਪ ਪ੍ਰਭੂ ਕਿਰਪਾ ਕਰਦਾ, ਖਜ਼ਾਨਾ ਦਿੰਦਾ ਹੈ। ਪੂਰੇ ਗੁਰ ਕੀ ਸੁਮਤ ਪ੍ਰਾਣੀ, ਫਿਰ ਸਾਨੂੰ ਉਹ ਸੁਮਤ ਦਿੰਦਾ ਹੈ ਜਿਹੜਾ ਪੂਰਾ ਗੁਰ ਹੈ। ਉਹ ਗਿਆਨ ਜੀਵ ਦਿੰਦਾ ਹੈ ਜਿਹੜਾ ਮਨ ਜਨਮ ਜਨਮ ਦਾ ਸੋਇਆ ਜਾਗ ਪੈਂਦਾ ਹੈ। ਪਰ ਜਾਗਦਾ ਕਿਵੇਂ ਹੈ? ਗੁਰ ਦੀ ਕਿਰਪਾ ਦੇ ਨਾਲ। ਆਪ ਮਾਲਕ ਜਗਾਉਂਦਾ ਹੈ, ਆਪ ਆਪਣੀ ਕਥਾ ਬੁਝਾ ਦਿੰਦਾ ਹੈ। ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਆਪ ਜਗਾਉਂਦਾ ਹੈ, ਆਪ ਇਹ ਰਸ ਪਿਆਉਂਦਾ ਹੈ, ਫਿਰ ਆਪ ਆਪਣੀ ਅਕਥ ਦਾ ਭੇਤ ਦਿੰਦਾ ਹੈ, ਅਕਥ ਕਥਾ ਦਾ ਗਿਆਨ ਆਪ ਕਰਵਾਉਂਦਾ ਹੈ। ਪ੍ਰਭ ਸਿਮਰਤ ਕੁਸ਼ਲ ਸਭ ਪਾਏ। ਅੱਛਾ, ਇਹ ਆਪਾਂ ਵਿਚਾਰ ਲਿਆ। ਸੋਈ ਪਛਾਤਾ ਜਿਨੇ ਉਹ ਪਾਇਆ, ਫਿਰ ਉਸ ਦੀ ਪਹਿਚਾਣ ਹੋ ਜਾਂਦੀ। ਜਿਹਨੇ ਸਾਨੂੰ ਪੈਦਾ ਕੀਤਾ, ਜੋ ਸਿਰਜਣਹਾਰ ਮਾਲਕ ਹੈ, ਉਸੇ ਦੀ ਸਾਨੂੰ ਪਹਿਚਾਣ ਹੋ ਜਾਂਦੀ, ਉਸਨੂੰ ਪਹਿਚਾਣ ਲੈਂਦਾ ਹੈ ਜੀਵ। ਕਿਉਂਕਿ ਆਪਣਾ ਸੰਸਾਰ ਦੇ ਵਿੱਚ ਆਉਣਾ ਉਸੇ ਦਿਨ ਪ੍ਰਵਾਨ ਹੈ ਜਿਸ ਦਿਨ ਆਪਾਂ ਉਸ ਪ੍ਰਭੂ ਨੂੰ, ਸਿਰਜਣਹਾਰ ਨੂੰ, ਕਰਤਾ ਪੁਰਖ ਨੂੰ, ਜੋ ਸਾਡਾ ਖਸਮ ਹੈ ਸਾਰਿਆਂ ਦਾ, ਜੋ ਸੱਚ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਉਸ ਨੂੰ ਫਿਰ ਆਪਾਂ ਜਦੋਂ ਪਹਿਚਾਣ ਲੈਂਦੇ ਹਾਂ, ਫਿਰ ਹੀ ਸਾਡਾ ਜੀਵਨ ਪ੍ਰਵਾਨ ਹੈ। ਜੇ ਅਸੀਂ ਉਸ ਨੂੰ ਪਹਿਚਾਣਦੇ ਨਹੀਂ
ਤੇ ਚਾਹੇ ਸਾਡਾ ਕਿੰਨਾ ਜੀਵਨ ਹੋ ਜਾਵੇ, ਚਾਹੇ 100 ਵਰੇ ਆਪਾਂ ਖਾਂਦੇ ਰਹੀਏ, ਪਹਿਨਦੇ ਰਹੀਏ, ਲੇਕਿਨ ਪ੍ਰਵਾਨ ਨਹੀਂ। ਪ੍ਰਵਾਨ ਉਦੋਂ ਹੈ ਜਿਸ ਦਿਨ ਆਪਾਂ ਉਸ ਨੂੰ ਪਹਿਚਾਣ ਲੈਂਦੇ ਹਾਂ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੇ ਸੋ ਦਿਨ ਪ੍ਰਵਾਨ। ਵੀ ਪ੍ਰਵਾਨ ਉਦੋਂ ਹੀ ਹੈ ਜਿਸ ਦਿਨ ਅਸੀਂ ਉਸ ਨੂੰ ਪਹਿਚਾਣ ਲੈਂਦੇ ਹਾਂ। ਨਹੀਂ ਤਾਂ ਚਾਹੇ 100 ਵਰੇ ਜੀਵਨ ਜੀ ਲਈਏ, ਖਾ ਲਈਏ, ਪਹਿਨ ਲਈਏ, ਪਰ ਪ੍ਰਵਾਨ ਉਦੋਂ ਹੀ ਹੋਵਾਂਗੇ ਜਦੋਂ ਉਸ ਨੂੰ ਪਹਿਚਾਣ ਲਵਾਂਗੇ। ਬਚਪਨ 'ਚ ਵੀ ਪਹਿਚਾਣ ਸਕਦਾ ਹੈ। ਭਗਤਾਂ ਨੇ, ਧਰੂ ਭਗਤ ਹੋਏ, ਪ੍ਰਹਲਾਦ ਜੀ ਹੋਏ, ਬਹੁਤ ਛੋਟੀ ਉਮਰ ਦੇ ਵਿੱਚ ਪ੍ਰਭੂ ਨੂੰ ਪਹਿਚਾਣ ਲਿਆ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿੰਨੀ ਛੋਟੀ ਉਮਰ ਦੇ ਵਿੱਚ ਉਸ ਪ੍ਰਭੂ 'ਚ ਸਮਾਏ, ਉਸ ਪ੍ਰਭੂ ਦਾ ਰੂਪ ਹੋਏ। ਇਸ ਕਰਕੇ ਇਹ ਵੀ ਨਹੀਂ ਕਿ ਛੋਟੀ ਉਮਰ 'ਚ ਹੀ ਆਪਾਂ ਪਹਿਚਾਣ ਸਕਦੇ ਹਾਂ। ਜਿਵੇਂ ਸਾਨੂੰ ਇਤਿਹਾਸ ਦੱਸਦਾ ਹੈ, ਤੀਜੇ ਪਾਤਸ਼ਾਹ ਜੀ 70 ਸਾਲ ਦੀ ਉਮਰ ਦੇ ਵਿੱਚ ਉਸ ਪ੍ਰਭੂ ਦੇ ਨਾਲ ਮਿਲਾਪ ਹੋਇਆ। ਗੁਰੂ ਸਾਹਿਬਾਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਭੂ ਨੂੰ ਕਿਸੇ ਸਮੇਂ ਵੀ ਆਪਾਂ ਮਿਲ ਸਕਦੇ ਹਾਂ, ਪਰ ਉਹ ਜਦੋਂ ਸਾਡੇ 'ਤੇ ਦਇਆ ਕਰਦਾ ਹੈ। ਜਦੋਂ ਵੀ ਮਿਲੇ, ਚਾਹੇ ਬੁਢੇਪੇ 'ਚ ਮਿਲੇ ਜਾ ਕੇ, ਪਰ ਮਿਲ ਲਏ, ਉਸ ਨੂੰ ਪਹਿਚਾਣ ਲਿਆ, ਫਿਰ ਆਪਣਾ ਜੀਵਨ ਜਿਹੜਾ ਪ੍ਰਵਾਨ ਹੋ ਜਾਂਦਾ ਹੈ। ਉਹਨੂੰ ਪਹਿਚਾਣ ਲਿਆ। ਮਹਾਰਾਜ ਸਮਝਾਉਂਦੇ ਨੇ, ਸੋਈ ਪਛਾਤਾ ਜਿਨੇ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ। ਪਰ ਪਹਿਚਾਣ ਕਿਵੇਂ ਹੋਈ? ਆਪ ਕਿਰਪਾ ਕੀਤੀ, ਆਪ ਸਾਨੂੰ ਮਿਲਾ ਲੈਂਦਾ ਹੈ, ਆਪ ਪ੍ਰਗਟ ਹੋ ਕੇ ਆਪ ਪ੍ਰਕਾਸ਼ ਕਰ ਦਿੰਦਾ ਹੈ। ਜਿਸ ਨੂੰ ਆਪ ਆਪਣਾ ਗਿਆਨ ਕਰਵਾ ਦਿੰਦਾ, ਆਪ ਪ੍ਰਗਟ ਹੋ ਕੇ ਆਪਣਾ ਪ੍ਰਕਾਸ਼ ਕਰ ਦਿੰਦਾ ਹੈ, ਉਸ ਨੂੰ ਸਤਿਗੁਰੂ ਸਮਝਾਉਂਦੇ ਨੇ ਕਿ ਗੁਰਬਾਣੀ ਦੇ ਵਿੱਚ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਨਾਨਕ ਗੁਰਮੁਖ ਜਾਣੀਏ, ਜਾ ਕੋ ਆਪ ਕਰੇ ਪ੍ਰਕਾਸ਼। ਜਿਹਨੂੰ ਆਪ ਕਿਰਪਾ ਕਰਦਾ, ਦਇਆ ਕਰਦਾ, ਫਿਰ ਆਪ ਐਸੇ ਜਨਾਂ ਦੁਆਰਾ ਫਿਰ ਅੱਗੇ ਜੀਵਾਂ ਨੂੰ ਗਿਆਨ ਦਿੰਦਾ ਹੈ, ਪਰ ਕਿਸੇ ਨੂੰ ਪਹਿਲਾਂ ਆਪ ਜਨਾਉਂਦਾ ਹੈ। ਬਾਂਹ ਪਕੜ ਲੀਨੋ ਕਰ ਆਪਣਾ, ਆਪਣਾ ਬਣਾ ਲੈਂਦਾ ਹੈ। ਜਦ ਜਿਵੇਂ ਆਪਾਂ ਕਿਸੇ ਨੂੰ ਆਪਣਾ ਬਣਾ ਲਈਏ, ਕਿਸੇ ਅਨਾਥ ਨੂੰ ਆਪਣਾ ਬਣਾ ਲਈਏ, ਇੱਦਾਂ ਪ੍ਰਭੂ ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਆਪ ਮਿਲਾਉਂਦਾ ਹੈ, ਬਾਂਹ ਪਕੜ ਕੇ ਆਪਣੇ ਕਰ ਲੈਂਦਾ ਹੈ। ਹਰ ਹਰ ਕਥਾ ਸਦਾ ਸਦ ਜਪਣਾ। ਫਿਰ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਆਪਣੀ ਪਹਿਚਾਣ ਕਰਾ ਦਿੰਦਾ ਹੈ, ਆਪ ਦਇਆ ਕਰਦਾ ਹੈ, ਫਿਰ ਉਹ ਉਸ ਪ੍ਰਭੂ ਦੀ ਉਹ ਕਥਾ ਦਾ ਜਪ ਕਰਦੇ ਨੇ, ਉਸ ਕਥਾ ਦਾ ਗਿਆਨ ਦਿੰਦੇ ਨੇ, ਜਿਸ ਨੂੰ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ। ਜਿਸੈ ਜਨ ਆਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਸੋ ਇੱਥੇ ਵੀ ਉਹ ਸਮਝਾਉਂਦੇ ਨੇ ਵੀ ਜਿਹਨੂੰ ਫਿਰ ਆਪਣਾ ਬਣਾ ਲੈਂਦਾ ਹੈ, ਆਪਣੀ ਪਹਿਚਾਣ ਕਰਵਾ ਦਿੰਦਾ ਹੈ, ਆਪ ਕਿਰਪਾ ਕਰਦਾ ਹੈ, ਫਿਰ ਉਹ ਸਦਾ ਹੀ ਉਸ ਪ੍ਰਭੂ ਦੀ, ਹਰੀ ਦੀ ਕਥਾ ਦਾ ਗਿਆਨ ਦਿੰਦੇ ਨੇ, ਉਸ ਦੀ ਕਥਾ ਦਾ ਜਪ ਕਰਦੇ ਨੇ, ਦੂਜੇ ਜੀਵਾਂ ਨੂੰ ਉਸ ਦੇ ਗੁਣਾਂ ਦਾ ਗਿਆਨ ਦਿੰਦੇ ਨੇ। ਮੰਤਰ ਤੰਤਰ ਔਖਦ ਪੁਨਹ ਚਾਰ। ਉੱਥੇ ਫਿਰ ਹੋਰ ਕੋਈ ਮੰਤਰ ਤੰਤਰ ਨਹੀਂ ਹੈ, ਉੱਥੇ ਇੱਕ ਗੁਰ ਦਾ ਗਿਆਨ ਹੈ, ਜਿਹੜਾ ਨੇਤਰਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ, ਜਿਹਦੇ ਦੁਆਰਾ ਆਪਾਂ ਮਾਲਕ ਨੂੰ ਮਿਲਦੇ ਹਾਂ। ਹਰ ਹਰ ਨਾਮ ਜੀ ਪ੍ਰਾਣ ਆਧਾਰ, ਜਿਹੜਾ ਫਿਰ ਨਾਮ ਨੂੰ ਹੀ, ਹਰੀ ਦੇ ਨਾਮ ਨੂੰ ਹੀ ਮਨ ਆਧਾਰ ਬਣਾਉਂਦਾ ਹੈ। ਕਿਉਂਕਿ ਹੋਰ ਜਿਹੜੇ ਮੰਤਰ ਤੰਤਰ ਨੇ ਉਹ ਤਾਂ ਸਾਰੇ ਇੱਥੇ ਹੀ ਸ਼ਾਰ ਹੋ ਜਾਂਦੇ ਨੇ,
ਅੱਖਰੀ ਮੰਤਰ ਨੇ ਉਹ ਵੀ ਇੱਥੇ ਰਹਿ ਜਾਂਦੇ ਨੇ। ਸਿਰਫ ਧਿਆਨ ਮਾਰਗ ਹੈ ਜਿਹੜਾ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਇਆ ਜਾਂਦਾ ਹੈ, ਜਿਸ ਦੁਆਰਾ ਆਪਣੇ ਨੇਤਰ ਇੱਕ ਦ੍ਰਿਸ਼ਟ ਹੋ ਜਾਂਦੇ ਹਨ। ਦਿਵ ਦ੍ਰਿਸ਼ਟੀ ਹੁੰਦੀ ਹੈ, ਨੇਤਰਾਂ ਨੂੰ ਉਸ ਪ੍ਰਭੂ ਦੇ ਦਰਸ਼ਨ ਹੁੰਦੇ ਨੇ, ਨਾਮ ਦੇ ਦਰਸ਼ਨ ਹੁੰਦੇ ਨੇ। ਉਹ ਆਪਾਂ ਜਪਦੇ ਹੈ ਜੀਵ ਗਿਆਨ ਦਿੰਦਾ ਹੈ, ਕਿਉਂਕਿ ਉਸ ਤੋਂ ਬਿਨਾਂ ਜਿਹੜੇ ਦੂਜੇ ਨੇ ਉਹ ਸਾਰੇ ਹੀ ਸੰਸਾਰ ਤੱਕ ਸੀਮਤ ਨੇ। ਇਹ ਅੱਖਰ ਇੱਥੇ ਰਹਿ ਜਾਂਦੇ ਨੇ, ਉੱਥੇ ਸਿਰਫ ਧਿਆਨ ਹੀ ਜਾਂਦਾ ਹੈ ਕਿ ਸਾਚਾ ਧਨ ਪਾਇਓ ਹਰ ਰੰਗ। ਤੇ ਮਹਾਰਾਜ ਸਮਝਾਉਂਦੇ ਨੇ ਕਿ ਸੱਚਾ ਧਨ ਹਰੀ ਦਾ ਰੰਗ ਚੜ੍ਹਦਾ ਹੈ। ਮਨ ਉਸ ਨੂੰ ਦੇਖਦਾ, ਉਸਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਦੇ 'ਚ ਰਤਿਆ ਜਾਂਦਾ। ਜਦੋਂ ਫਿਰ ਆਪ ਮਾਲਕ ਇਹ ਸੱਚਾ ਧਨ ਬਖਸ਼ਿਸ਼ ਕਰਦਾ ਹੈ। ਦੁੱਤਰ ਤਰੇ ਸਾਧਕ ਸੰਗ। ਫਿਰ ਦੂਜੇ ਜੀਵ ਜਿਹੜੇ ਨੇ ਉਹਨਾਂ ਸਾਧੂ ਜਨਾਂ ਦਾ, ਜਿਨ੍ਹਾਂ ਨੂੰ ਆਪ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ ਮਾਲਕ, ਜਿਨ੍ਹਾਂ ਨੂੰ ਗੁਰਮੁਖ ਕਹਿ ਦਿੰਦੇ, ਸਾਧੂ ਕਹਿ ਦਿੰਦੇ ਹਾਂ। ਐਸੇ ਸਾਧੂ ਜਨਾਂ ਦਾ ਸੰਗ ਕਰਕੇ ਦੂਜੇ ਜੀਵ ਵੀ ਤਰ ਜਾਂਦੇ ਨੇ। ਪਰ ਪਹਿਲਾਂ ਆਪ ਕਿਸੇ ਜੀਵ ਨੂੰ ਜਨਾਉਂਦਾ ਹੈ, ਆਪ ਉਸ ਨੂੰ ਆਪਣਾ ਬਣਾ ਲੈਂਦਾ ਹੈ, ਆਪਣੀ ਪਹਿਚਾਣ ਕਰਵਾਉਂਦਾ ਹੈ, ਆਪਣਾ ਖਜ਼ਾਨਾ ਗੁਣਾਂ ਦਾ ਦਿੰਦਾ ਹੈ, ਉਸ ਨੂੰ ਆਪਣਾ ਰੂਪ ਬਣਾਉਂਦਾ ਹੈ, ਉਸ ਦੇ ਹਿਰਦੇ ਵਿੱਚ ਵਸਦਾ ਹੈ, ਉਸ ਦੀ ਰਸਨਾ ਤੋਂ ਬੋਲਦਾ ਹੈ। ਐਸੇ ਜੀਵਾਂ ਨੂੰ ਫਿਰ ਐਸਾ ਮਨ ਸਾਧੂ ਅਵਸਥਾ 'ਤੇ ਚਲੇ ਜਾਂਦਾ ਹੈ। ਫਿਰ ਸਾਧੂ ਦਾ ਸੰਗ ਕਰਕੇ ਦੂਜੇ ਜੀਵ ਵੀ ਤਰ ਜਾਂਦੇ ਨੇ। ਸਾਗਰ ਤਰਿਆ ਸਾਧੂ ਸੰਗੇ। ਭਾਵ ਸਾਗਰ ਨੂੰ ਜੀਵ ਤਰਦੇ ਨੇ ਸਾਧੂ ਦਾ ਸੰਗ ਕਰਕੇ। ਸੁਖ ਬੈਸੋ ਸੰਤ ਸਜਣ ਪਰਵਾਰ। ਸੰਤ ਜਨ ਨੇ ਜਿਹੜੇ ਉਸ ਪ੍ਰਭੂ ਦੇ ਜਿਹੜੇ ਸੱਜਣ ਨੇ, ਜਾਂ ਜਿਹੜੇ ਜਨਾਂ ਨੇ ਉਸ ਪ੍ਰਭੂ ਨੂੰ ਆਪਣਾ ਸੱਜਣ ਬਣਾ ਲਿਆ ਹੈ, ਮਿੱਤਰ ਬਣਾ ਲਿਆ ਹੈ, ਸੁਆਮੀ ਬਣਾ ਲਿਆ ਹੈ, ਖਸਮ ਬਣਾ ਲਿਆ ਹੈ, ਕੰਤ, ਬਹੁਤ ਸਾਰੇ ਨਾਮ ਨੇ। ਵੱਖਰੇ ਵੱਖਰੇ ਥਾਂ 'ਤੇ ਆਪਾਂ ਵੱਖਰਾ ਵੱਖਰਾ ਸ਼ਬਦ ਯੂਜ਼ ਕਰ ਲੈਂਦੇ ਹਾਂ, ਲੇਕਿਨ ਹੈ ਉਹ ਵੀ ਪ੍ਰਕਾਸ਼ ਅਤੇ ਸਾਡਾ ਮਨ ਵੀ ਪ੍ਰਕਾਸ਼। ਉਦਾਹਰਨਾਂ ਸੰਸਾਰ ਦੀਆਂ ਦੇਖ ਕੇ ਤ੍ਰੈਗੁਣ ਦੀਆਂ। ਕਿਸੇ ਨੇ ਉਸ ਨੂੰ ਸੁਆਮੀ ਕਹਿ ਦਿੱਤਾ, ਕਿਸੇ ਨੇ ਕੰਤ ਕਹਿ ਦਿੱਤਾ ਹੈ, ਕਿਸੇ ਨੇ ਪਿਤਾ ਕਹਿ ਦਿੱਤਾ ਹੈ, ਮਾਤਾ ਕਹਿ ਦਿੱਤਾ ਹੈ, ਬੰਧਪ ਕਹਿ ਦਿੱਤਾ ਹੈ। ਬਹੁਤ ਸਾਰੇ ਨਾਵਾਂ ਦੇ ਵਿੱਚ ਜਿਹੋ ਜਿਹਾ ਚਾਹਿਆ ਸੱਜਣ ਕਹਿ ਦਿੱਤਾ ਹੈ, ਮਿੱਤਰ ਕਹਿ ਦਿੱਤਾ ਹੈ। ਤੇ ਐਸੇ ਜਨ ਫਿਰ ਸੰਤ ਤੇ ਉਸ ਪ੍ਰਭੂ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਮਨ ਤੇ ਪਰਮੇਸ਼ਰ, ਜਿਵੇਂ ਇੱਥੇ ਸੰਸਾਰ 'ਚ ਮਾਤਾ ਪਿਤਾ ਬੱਚੇ ਇੱਕ ਪਰਿਵਾਰ ਹੁੰਦਾ ਹੈ, ਇੱਥੇ ਉਸ ਪ੍ਰਭੂ ਦੇ ਜਿਹੜੇ ਸੰਤ ਜਨ ਨੇ ਤੇ ਪ੍ਰਭੂ ਇੱਕ ਪਰਿਵਾਰ ਰੂਪ ਹੋ ਜਾਂਦਾ ਹੈ, ਜਿੱਥੇ ਬੈਠ ਕੇ ਆਪਾਂ ਪ੍ਰਭੂ ਦਾ ਆਨੰਦ ਮਾਣਦੇ ਹਾਂ। ਤੇ ਉਸ ਪ੍ਰਭੂ ਦੀ ਸੰਗਤ ਜਾ ਕੇ ਉਸ ਪ੍ਰਭੂ ਦੇ ਭਗਤੀ ਦੇ ਨਾਲ, ਉਸ ਪ੍ਰਭੂ ਦੀ ਦਇਆ ਦੇ ਨਾਲ ਫਿਰ ਮਹਾਰਾਜ ਸਮਝਾਉਂਦੇ ਨੇ, ਹਰ ਤਨ ਖਟਿਓ ਜਾ ਕਾ ਨਾ ਹੈ ਸ਼ੁਮਾਰ। ਫਿਰ ਐਸਾ ਧਨ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਕੋਈ ਸ਼ੁਮਾਰ ਨਹੀਂ ਹੈ, ਜਿਸ ਦਾ ਕੋਈ ਅੰਤ ਨਹੀਂ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਜੋ ਅਖੁੱਟ ਧਨ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਐਸਾ ਧਨ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਨਾ ਕਦੇ ਤੋਟ ਆਉਂਦੀ ਹੈ, ਨਾ ਕਦੇ ਖਤਮ ਹੁੰਦਾ ਹੈ, ਜਿਸ ਨੂੰ ਨਾ ਪੌਣ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ, ਤੇ ਨਾ ਅਗਨ ਜਲਾ ਸਕਦੀ ਹੈ। ਜਿਸੈ ਪ੍ਰਾਪਤ ਤਿਸ ਗੁਰ ਦੇ। ਜਿਸ ਨੂੰ ਇਹ ਪ੍ਰਾਪਤ ਹੈ ਮਾਲਕ ਦਿੰਦਾ ਹੈ, ਉਹ ਫਿਰ ਗੁਰ ਦਾ ਗਿਆਨ ਦਿੰਦਾ ਹੈ। ਨਾਨਕ ਬਿਰਥਾ ਕੋਇ ਨਾ ਹੈ। ਕੋਈ ਵੀ ਜੀਵ ਉਸ ਤੋਂ ਬਿਰਥਾ ਨਹੀਂ ਹੈ, ਉਸ ਤੋਂ ਖਾਲੀ ਨਹੀਂ ਹੈ, ਲੇਕਿਨ ਇਹ ਖਜ਼ਾਨਾ ਜਿਸ ਨੂੰ ਦਿੰਦਾ ਹੈ ਉਹ ਫਿਰ ਅੱਗੇ ਜੀਵਾਂ ਨੂੰ
ਗਿਆਨ ਦਿੰਦਾ ਹੈ। ਪਰ ਮਾਲਕ ਦਾ ਖਜ਼ਾਨਾ ਹੈ ਕਿਹਨਾਂ ਨੂੰ ਦਿੰਦਾ ਹੈ? ਆਪਣੇ ਸਾਧੂ ਜਨਾਂ ਨੂੰ, ਜਿਨ੍ਹਾਂ ਨੂੰ ਆਪਣਾ ਰੂਪ ਬਣਾ ਲੈਂਦਾ ਹੈ, ਜਿੱਥੇ ਸਾਡਾ ਮਨ ਤੇ ਪਰਮੇਸ਼ਰਿਕ ਰੂਪ ਹੋ ਜਾਂਦੇ ਨੇ, ਜਿੱਥੇ ਮਹਾਰਾਜ ਸਮਝਾਉਂਦੇ ਨੇ ਕਿ ਉਹਨਾਂ ਦੀ ਸੋਭਾ ਉਸ ਪ੍ਰਭੂ ਰੂਪ ਹੋ ਕੇ ਉਹਨਾਂ ਨੂੰ ਬਣਾਉਂਦੀ ਹੈ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਫਿਰ ਉਹ ਅਵਸਥਾ 'ਚ ਆਪ ਮਾਲਕ ਕਰਕੇ ਫਿਰ ਆਪਣੇ ਗੁਣ ਆਪ ਗਵਾਉਂਦਾ ਹੈ। ਪਰ ਬਿਰਥਾ ਕੋਈ ਨਹੀਂ ਹੈ। ਫਿਰ ਦੂਜੇ ਜੀਵਾਂ ਨੂੰ ਗਿਆਨ ਦੇ ਕੇ ਵੀ ਆਪਣੀ ਸੋਝੀ ਦਿੰਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਪਰ ਇੱਕ ਹੀ ਕਰਨ ਤੇ ਕਾਰਨ ਹੈ, ਦੂਜਾ ਨਹੀਂ ਹੈ। ਇੱਕ ਹੀ ਕਰਤਾ ਪੁਰਖ ਹੈ ਤੇ ਹਰ ਥਾਂ ਤੇ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਨਾਨਕ ਤਿਸ ਬਲਿਹਾਰਨਾ, ਜਲ ਥਲ ਮਹੀਲ ਸੋਏ। ਜਲ ਵਿੱਚ ਵੀ, ਥਲ ਵਿੱਚ, ਮਹੀਲ ਵਿੱਚ। ਫਿਰ ਆਪ ਹੀ ਸਾਰਾ ਕੁਛ ਕਰਦਾ ਹੈ। ਸੋ ਆਓ ਗੁਰੂ ਪਿਆਰਿਓ, ਹੁਣ ਆਪਾਂ ਨਾਲ ਅਭਿਆਸ ਕਰੀਏ ਉਸ ਪ੍ਰਭੂ ਦੇ ਉਸ ਨਿਰਭਉ ਨੂੰ ਧਿਆਈਏ, ਤਾਂ ਕਿ ਧਿਆਨ ਦੇ ਨਾਲ ਸਾਡੇ ਵੀ ਜੋ ਭੈ ਹੈ ਮਨ ਦੇ ਵਿੱਚ, ਬਹੁਤ ਸਾਰੇ ਭੈ ਨੇ ਜੋ ਮਨ ਦੇ ਡਰ, ਉਹ ਖਤਮ ਹੋ ਜਾਣ। ਸਿਰਫ ਇੱਕ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਦੇ ਭੈ ਦੇ ਵਿੱਚ ਰਹੀ, ਕਿਉਂਕਿ ਉਸ ਦੇ ਭੈ ਦੇ ਵਿੱਚ ਰਹਿਣ ਦੇ ਨਾਲ ਹੀ ਹੋਰ ਸਾਰੇ ਭੈ ਖਤਮ ਹੁੰਦੇ ਨੇ। ਕਿਵੇਂ ਆਪਾਂ ਉਸ ਦੀ ਸ਼ਰਨ ਦੇ ਵਿੱਚ ਰਹਿਣਾ ਹੈ, ਕਿਵੇਂ ਜਾਣਾ ਹੈ, ਉਹ ਆਪਾਂ ਨੂੰ ਦੱਸ ਦਿੱਤਾ ਹੈ ਕਿ ਜਿਹੜੇ ਆਪਣੇ ਨੇਤਰ ਨੇ, ਇਹਨਾਂ ਨੂੰ ਇੱਕ ਤੀਰ ਰੂਪ ਬਣਾ ਲੈਣਾ ਹੈ। ਨੇਤਰ ਤੁੰਕੇ ਚਰਨ ਤਰ, ਸਤਦਰਵ ਤੀਰ ਤੁਰੰਗ। ਉਹ ਸੱਚੇ ਦਰ ਤੇ ਦੋਨਾਂ ਨੇਤਰਾਂ ਨੂੰ ਇੱਕ ਤੀਰ ਬਣਾ ਕੇ ਸਮ ਕਰਕੇ ਇੱਥੋਂ ਫਿਰ ਆਪਾਂ ਉਸ ਦੇ ਦਰ ਵਿੱਚ ਪ੍ਰਵੇਸ਼ ਹੋਣਾ ਹੈ, ਜੋ ਪ੍ਰਭੂ ਦਾ ਦਰ ਹੈ, ਜੋ ਸੱਚਾ ਦਰ ਹੈ। ਤੇ ਫਿਰ ਆਪਾਂ ਸਹਿਜ ਦੇ ਵਿੱਚ, ਸਹਿਜ ਗੁਫਾ ਦੇ ਵਿੱਚ ਜਾਣਾ ਹੈ, ਕਿਉਂਕਿ ਸਹਿਜ 'ਚ ਜਾਣ ਤੋਂ ਬਾਅਦ ਹੀ ਸਾਨੂੰ ਉਹਦੀ ਸੋਝੀ ਹੋਣੀ ਹੈ। ਫਿਰ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਸਾਡਾ ਇੰਨੇ ਨੇੜੇ ਹੈ। ਹੱਥ ਵੀ ਸਾਡੇ ਮਨ ਤੋਂ, ਸਾਡੇ ਸਰੀਰ ਦੇ ਹੱਥ ਵੀ ਦੂਰ ਨੇ। ਕਹਿ ਰਵਿਦਾਸ